जय जिनेंद्र। आत्मा चैनल देख रहे सभी दर्शकों का मैं एकता सिंगला स्वागत करती हूँ। आइए नजर डालते हैं आज के धार्मिक एवं सामाजिक समाचारों पर। देश में 3,874 मौतें भी दर्ज की गई, जो कुल मिलाकर 2,87,122 हो गई। बुधवार को भारत ने 4,529 लोगों की मौत के साथ एक दिन में सबसे ज्यादा मौत दर्ज की थी। इसी बीच केंद्रीय स्वास्थ्य मंत्री हर्षवर्धन ने कहा कि भारत इस साल के अंत तक 267 करोड़ कोविड वैक्सीन खुराक खरीद लेगा और एक आधिकारिक बयान के अनुसार कम से कम अपनी सभी वयस्क आबादी को टीका लगाने की स्थिति में होगा। मंत्री ने कहा कि 51 करोड़ कोविड-19 वैक्सीन की खुराक जुलाई तक और 216 करोड़ अगस्त से सितंबर के बीच उपलब्ध कराई जाएगी। उन्होंने राज्यों से यह सुनिश्चित करने का आग्रह किया कि स्वास्थ्य देखभाल और अग्रिम पंक्ति के कार्यकर्ताओं को पूरी तरह से टीका लगाया जाए, क्योंकि वे कमजोर वर्ग में आते हैं। बयान में कहा गया है कि पेरी अर्बन और ग्रामीण क्षेत्रों में परीक्षण सुविधाओं को मजबूत करने की आवश्यकता है। केंद्रीय स्वास्थ्य मंत्रालय ने बुधवार को कहा कि जो लोग कोरोना वैक्सीन की पहली खुराक लेने के बाद कोविड-19 से संक्रमित हो गए हैं, उन्हें क्लिनिकल रिकवरी के बाद दूसरी खुराक को 3 महीने के लिए टाल देना चाहिए। स्वास्थ्य मंत्रालय ने सभी स्तनपान करने वाली महिलाओं के लिए कोविड-19 टीकाकरण की भी सिफारिश की। आत्मा ब्यूरो की रिपोर्ट। आज लुधियाना के वार्ड नंबर 82 में मेरिटोरियस स्कूल सिविल लाइन में फ्री कोरोना वैक्सीनेशन कैंप का आयोजन किया गया। यह कैंप मिशन फतेह के तहत लगाया गया। यह कैंप 45 वर्ष से ऊपर के लोगों के लिए लगाया गया था और केवल पहली डोज ही लगाई जा रही थी। इस कैंप का समय सुबह 10 बजे से दोपहर 1 बजे तक का था। ਜਿਹੜੇ ਕੈਂਪਸ ਲਗਾਏ ਜਾ ਰਹੇ ਅੱਜ 45 ਪਲੱਸ ਫਸਟ ਡੋਜ਼ ਇੱਥੇ ਲੱਗ ਰਹੀ ਹੈ ਮੈਰੀਟੋਰੀਅਸ ਸਕੂਲ 'ਚ ਤੇ ਹੁਣ ਜਿੱਦਾਂ ਦੇਖਣ ਨੂੰ ਮਿਲਿਆ ਕਿ ਲੋਕ ਅਵੇਅਰ ਹੋ ਰਹੇ ਤਾਂ ਉਹਨਾਂ ਨੂੰ ਸਭ ਨੂੰ ਸਮਝ ਆ ਗਈ ਹੈ ਕਿ ਵੈਕਸੀਨੇਸ਼ਨ ਹੀ ਕਰੋਨਾ ਤੋਂ ਬਚਾਅ ਦਾ ਇੱਕ ਤਰੀਕਾ ਹੈ। ਤੇ ਮੈਂ ਸਿਰਫ ਇਹ ਰਿਕੁਐਸਟ ਕਰਨਾ ਚਾਹੂੰਗਾ ਕਿ ਵੈਕਸੀਨੇਸ਼ਨ ਸੈਂਟਰਾਂ 'ਤੇ ਵੀ ਥੋੜ੍ਹੀ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਕੇ ਚੱਲਣਾ ਚਾਹੀਦੀ ਹੈ ਤੇ ਜਿਹੜੇ ਆਰਗੇਨਾਈਜ਼ਰ ਹੈ, ਐਡਮਿਨਿਸਟ੍ਰੇਸ਼ਨ ਹੈ ਜਾਂ ਸੋਰੀਏ ਦੇ ਜਿਹੜੇ ਵੀ ਵਲੰਟੀਅਰਸ ਹੈ ਉਹ ਵੀ ਇਹ ਧਿਆਨ ਰੱਖਣ ਕਿ ਜਿਹੜੇ ਵੀ ਕੈਂਪ 'ਚ ਆਉਂਦੇ ਆ ਲੋਕ ਉਹ ਸੋਸ਼ਲ ਡਿਸਟੈਂਸਿੰਗ ਥੋੜ੍ਹੀ ਮੇਨਟੇਨ ਕਰਨ ਤਾਂ ਕਿ ਇੱਥੇ ਵੀ ਕਰੋਨਾ ਤੋਂ ਬਚਾਅ ਰਹੇ, ਕਿਉਂਕਿ ਇੱਥੇ ਇੰਨਾ ਜ਼ਿਆਦਾ ਐਕਸਪੋਜ਼ਰ ਹੁੰਦਾ ਹੈ। ਕਈ ਵਾਰ 500-700 ਬੰਦਾ ਵੀ ਲਾਈਨ 'ਚ ਲੱਗ ਜਾਂਦਾ ਤੇ ਥੋੜ੍ਹਾ ਉਹਨਾਂ ਨੂੰ ਦੂਰ ਖੜਾਉਣ ਤਾਂ ਕਿ ਇੱਥੋਂ ਉਹ ਕੋਈ ਬਿਮਾਰੀ ਨਾ ਲੈ ਕੇ ਜਾਣ, ਸਿਰਫ ਆਪਣੇ ਆਪ ਨੂੰ ਵੈਕਸੀਨੇਟ ਕਰਾ ਕੇ ਜਾਣ। ਅੱਜ ਦਾ ਜਿਹੜਾ ਕੈਂਪ ਆ ਸਾਡੇ ਜਨਤਾ ਲੀਡਰ ਜਿਨ੍ਹਾਂ ਨੂੰ ਸਣੀ ਭੱਲਾ ਜੀ ਕਿਹਾ ਜਾਂਦਾ ਵਾ, ਉਹਨਾਂ ਵੱਲੋਂ ਅੱਜ 5th ਡੇ ਆ ਕੈਂਪ ਦਾ। ਪਹਿਲਾਂ 18 ਤੋਂ 44 ਸਾਲ ਦੀ ਉਮਰ ਤੱਕ ਅਸੀਂ ਕੈਂਪ ਲਾਇਆ, ਵੈਲ ਮੈਨੇਜ ਕੀਤਾ। ਤੁਸੀਂ ਪਿਛਲੇ ਦੌਰਾਨ ਦੇਖਿਆ ਹੋਣਾ ਕਿ ਹੋਰ ਬਥੇਰੀ ਜਗ੍ਹਾ ਦੇ ਉੱਤੇ ਕੈਂਪ ਦੇ ਉੱਤੇ ਭੀੜ ਪੈ ਜਾਂਦੀ ਆ, ਰਸ਼ ਪੈ ਜਾਂਦਾ। ਤੁਸੀਂ ਇੱਥੇ ਦੇਖੋ ਵੈਲ ਸੋਸ਼ਲ ਡਿਸਟੈਂਸ ਦੇ ਨਾਲ ਵੈਲ ਮੇਨਟੇਨੈਂਸ ਵੀ ਆ ਤੇ ਅਸੀਂ ਵੀ ਕਿਤੇ ਵੀ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਉਣ ਦੇ ਰਹੇ। ਹੁਣ ਜਿਵੇਂ ਕੈਂਪ 44 ਸਾਲ ਤੋਂ ਉੱਤੇ ਲੱਗ ਰਿਹਾ ਵਾ, ਅਗਰ ਕੋਈ ਬਜ਼ੁਰਗ ਨਹੀਂ ਤੁਰ ਕੇ ਆ ਪਾ ਰਿਹਾ, ਅਸੀਂ ਆਪਣੇ ਸਟਾਫ ਦੇ ਨਾਲ ਤੇ ਐਡਮਿਨਿਸਟ੍ਰੇਸ਼ਨ ਦੇ ਸਟਾਫ ਦੇ ਨਾਲ ਉਹਨਾਂ ਨੂੰ ਬਾਹਰ ਤੱਕ ਟੀਕਾ ਲਾ ਕੇ ਆਉਂਦੇ ਆ। ਅਗਰ ਕਿਸੇ ਨੂੰ ਵੀਲ ਚੇਅਰ ਦੀ ਲੋੜ ਆ, ਅਸੀਂ ਵੀਲ ਚੇਅਰ ਵੀ ਇੱਥੇ ਅਰੇਂਜ ਕਰਕੇ ਰੱਖੀ ਹੋਈ ਆ। ਜਿਹੜੇ ਸਾਡੇ ਲੀਡਰ ਨੇ ਕੈਬਨਿਟ ਮਿਨਿਸਟਰ ਭਾਰਤ ਭੂਸ਼ਣ ਆਸ਼ੂ ਜੀ, ਉਹਨਾਂ ਨੇ ਸਾਨੂੰ ਰਾਹ ਦਿਖਾਇਆ ਤੇ ਸਣੀ ਭੱਲਾ ਜੀ ਨੇ ਸਾਨੂੰ ਵੈਲ ਮੈਨੇਜ ਕਰਨਾ ਸਿਖਾਇਆ। ਪਿਛਲੇ 5 ਦਿਨਾਂ ਤੋਂ ਉਹ ਆਪ ਵੀ ਇੱਥੇ ਬੈਠੇ ਨੇ। ਯੂਥ ਕਾਂਗਰਸ, ਵੱਡੀ ਕਾਂਗਰਸ ਦੇ ਸਾਰੇ ਜਿਹੜੇ ਵਲੰਟੀਅਰਸ ਨੇ ਇੱਥੇ ਕੰਮ ਕਰ ਰਹੇ ਨੇ। ਅਸੀਂ ਪਬਲਿਕ ਨੂੰ ਇੱਕ ਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਕੋਈ ਵੀ ਐਸਾ ਪਰਿਵਾਰ, ਕੋਈ ਵੀ ਐਸਾ ਮੈਂਬਰ, ਕੋਈ ਵੀ ਐਸਾ ਪਰਸਨ ਹੋ ਜਿਹੜਾ ਵੈਕਸੀਨ ਤੋਂ ਰਹਿ ਜਾਵੇ। ਹੁਣ 2 ਸਾਲ ਤੋਂ 45 ਤੋਂ ਪਲੱਸ ਲੱਗ ਰਹੇ ਨੇ। ਕੱਲ੍ਹ ਤੋਂ ਜੇ ਸਰਕਾਰ ਵੱਲੋਂ ਪੋਰਟਲ ਆਪਾਂ ਨੂੰ 18 ਸਾਲ ਤੋਂ ਉੱਤੇ ਵਾਲਾ ਆਇਆ, ਸਾਡੀ ਸਾਰੀ ਟੀਮ सनी भल्ला जी की सारी टीम तैयार है उन्होंने वैक्सीनेशन लगवाने वास्ते जी। लुधियाना से कैमरामैन जसविंदर की रिपोर्ट। आज लुधियाना ईस्ट में एमएलए संजय तलवार द्वारा राधा स्वामी सत्संग घर कैलाश नगर में कोरोना वैक्सीनेशन कैंप का आयोजन किया गया। इस कैंप में 44 वर्ष से ऊपर के लोगों का टीकाकरण किया गया। ਅੱਜ ਜਿਹੜਾ ਹੈ कैलाश नगर सत्संग घर ਜਿਹੜਾ ਹੈ ਉਹਦੇ ਵਿੱਚ ਜਿਹੜਾ ਹੈ ਵੈਕਸੀਨੇਸ਼ਨ ਦਾ ਜਿਹੜਾ ਸਾਡਾ ਪ੍ਰੋਗਰਾਮ ਪਹਿਲਾਂ ਚੱਲ ਰਿਹਾ ਸੀ, ਉਹਦੇ ਤਹਿਤ ਜਿਹੜਾ ਅੱਜ कैलाश नगर सत्संग घर ਦੇ ਵਿੱਚ ਇਹ ਜਿਹੜਾ ਨਵੇਂ ਕੈਂਪ ਦੀ ਜਿਹੜੀ ਹੈ ਇਨੈਗੋਰੇਸ਼ਨ ਕੀਤੀ ਗਈ ਆ। ਸਾਡੇ ਇਸ ਸਤਸੰਗ ਘਰ ਦੇ ਜਿੰਨੇ ਵੀ ਨੇੜੇ ਵਾਰਡ ਪੈਂਦੇ ਨੇ, 3-4 ਵਾਰਡ ਪੈਂਦੇ ਨੇ, ਸਾਰੇ ਕਾਉਂਸਲਰ ਸਾਹਿਬਾਨ ਜਿਹੜੇ ਨੇ ਉਹ ਇੱਥੇ ਅਵੇਲੇਬਲ ਹੈਗੇ ਨੇ। ਉਹਨਾਂ ਦੇ ਜਿਹੜੇ ਸਹਿਯੋਗ ਸਦਕਾ ਤੇ ਉਹਨਾਂ ਦੇ ਯਤਨਾਂ ਸਦਕਾ ਜਿਹੜਾ ਹੈ ਇਸ ਕੈਂਪ ਦੀ ਇਨੈਗੋਰੇਸ਼ਨ ਕੀਤੀ ਗਈ ਆ। ਔਰ ਪਹਿਲਾਂ ਜਿਹੜਾ ਹੈ ਡਿਫਰੈਂਟ ਏਰੀਆਜ਼ ਦੇ ਵਿੱਚ ਕੈਂਪ ਲੱਗ ਰਹੇ ਸੀਗੇ। ਕਾਫੀ ਲੋਕਾਂ ਦੀ ਇੱਥੋਂ ਦੇ ਨੇੜੇ ਜਿਹੜੇ ਸਿਟੀਜ਼ਨਸ ਰਹਿੰਦੇ ਸੀ ਉਹਨਾਂ ਦੀ ਡਿਮਾਂਡ ਸੀਗੀ ਵੀ ਜਿਹੜਾ ਇਹ ਕੈਂਪ ਇਸ ਸਤਸੰਗ ਘਰ ਦੇ ਵਿੱਚ ਲਵਾ ਲਿਆ ਜਾਵੇ, ਕਿਉਂਕਿ ਇਹ ਥੋੜ੍ਹੀ ਜਿਹੀ ਸਪੇਸ ਵੀ ਇੱਥੇ ਅਵੇਲੇਬਲ ਹੈ, ਸਾਡੇ ਕੋਲ ਇਨਫਰਾਸਟਰਕਚਰ ਵੀ ਅਵੇਲੇਬਲ ਹੈਗਾ। ਔਰ ਉਸੇ ਤਰ੍ਹਾਂ ਹੀ ਕਾਉਂਸਲਰ ਸਾਹਿਬ ਦੇ ਜਿਹੜੇ ਐਫਰਟਸ ਦੇ ਸਦਕਾ ਇੱਥੇ ਆਪਾਂ ਜਿਹੜਾ ਹੈ ਅੱਜ ਇਹ ਕੈਂਪ ਦੀ ਇਨੈਗੋਰੇਸ਼ਨ ਕੀਤੀ ਆ।
ਔਰ ਜਦੋਂ ਤੱਕ ਵੀ ਇਹਦੀ ਡਿਮਾਂਡ ਰਹੇਗੀ, ਜਿਹੜੇ ਨੇੜੇ ਤੇੜੇ ਦੇ ਸਿਟੀਜ਼ਨਸ ਨੇ, ਜਦੋਂ ਤੱਕ ਉਹਨਾਂ ਦੀ ਰਿਕੁਆਇਰਮੈਂਟ ਰਹੇਗੀ, ਜਦੋਂ ਤੱਕ ਇਹ ਸਿਟੀਜ਼ਨ ਸਾਰੇ ਕਵਰ ਨਹੀਂ ਹੋ ਜਾਂਦੇ, ਉਦੋਂ ਤੱक ਜਿਹੜਾ ਇਹ कैंप ਇੱਥੇ कंटिन्यू रहेगा। लुधियाना से कैमरामैन विकास की रिपोर्ट। लुधियाना यूथ कांग्रेस की समूची टीम ने जगन्नाथ फूड के सहयोग के साथ जो लोग कोविड पॉजिटिव हैं या वो घर में क्वारंटाइन है, उन मरीजों को आ रही मुश्किलों को देखते हुए उनको घर पर ही फ्री भोजन पहुंचा रही है। अगर किसी और को भी कुछ भी ज़रूरत पड़ रही है तो इस महामारी के समय में यूथ कांग्रेस आगे आकर उनकी मदद कर रही है। लुधियाना यूथ कांग्रेस के प्रधान योगेश हांडा ने बताया कि यूथ कांग्रेस ने नर सेवा नारायण सेवा के तहत यह सेवा करने का संकल्प किया है। इसके लिए जिला व विधानसभा स्तर पर जारी किए हेल्पलाइन नंबर 9815800392 नंबर जारी किया है। घर में क्वारंटाइन मरीज इस नंबर पर संपर्क करके फ्री भोजन मंगवा सकते हैं। अगर मरीज फ़ोन नहीं कर रहे हैं तो हमारी सारी टीम ने कोविड मरीजों की लिस्ट तैयार कर ली है। वह हर घर खुद फ़ोन करके उनसे संपर्क कर रही है। उनके द्वारा रोज़ 1000 खाने की थालियाँ बांटी जा रही हैं। हांडा ਜ਼ਿਲ੍ਹਾ ਪ੍ਰਧਾਨ ਲੁਧਿਆਣਾ ਯੂਥ ਕਾਂਗਰਸ। ਜਿਵੇਂ ਕਿ ਤੁਹਾਨੂੰ ਦੱਸਿਆ, ਲੁਧਿਆਣਾ ਯੂਥ ਕਾਂਗਰਸ ਦੀ ਸਮੁੱਚੀ ਟੀਮ ਨੇ ਜਗਨਨਾਥ ਫੂਡ ਫॉर ਲਾਈਫ ਦੀ ਮਦਦ ਦੇ ਨਾਲ ਜਿਹੜੇ ਲੋਕ ਕਰੋਨਾ ਪੋਜ਼ਿਟਿਵ ਹੈ ਔਰ ਘਰਾਂ ਦੇ ਵਿੱਚ ਕੁਆਰੰਟਾਈਨ ਨੇ, ਉਹਨਾਂ ਤੱਕ ਖਾਣਾ ਪਹੁੰਚਾਉਣ ਦਾ ਕੰਮ ਜਿਹੜਾ ਲੁਧਿਆਣਾ ਯੂਥ ਕਾਂਗਰਸ ਦੀ ਸਮੁੱਚੀ ਟੀਮ ਕਰ ਰਹੀ ਹੈ। ਔਰ ਹੋਰ ਵੀ ਕਿਸੇ ਦੀ ਮਤਲਬ ਜ਼ਰੂਰੀ ਚੀਜ਼ ਕਿਸੇ ਜ਼ਰੂਰਤਮੰਦ ਲੋਕ ਨੂੰ ਹੋਵੇ ਤਾਂ ਉਹ ਵੀ ਪਹੁੰਚਾਉਣ ਦਾ ਜਿਹੜਾ ਕੰਮ ਸਾਡੀ ਲੁਧਿਆਣਾ ਯੂਥ ਕਾਂਗਰਸ ਦੀ ਟੀਮ ਕਰ ਰਹੀ ਹੈ। कोई हेल्पलाइन नंबर है? ਜੀ ਸਾਡੇ ਜ਼ਿਲ੍ਹਾ ਵਾਈਜ਼ ਵੀ ਨੰਬਰ ਹੈਗੇ ਆ ਔਰ ਹਲਕਾ ਵਾਈਜ਼ ਵੀ ਨੰਬਰ ਅਸੀਂ ਆਪਣੀ ਫੇਸਬੁੱਕ ਦੇ ਮਾਧਿਅਮ ਰਾਹੀਂ, ਨਿਊਜ਼ਪੇਪਰ ਦੇ ਮਾਧਿਅਮ ਰਾਹੀਂ ਔਰ ਤੁਹਾਡੇ ਚੈਨਲਾਂ ਦੇ ਮਾਧਿਅਮ ਰਾਹੀਂ ਆਪਾਂ ਸਮੇਂ-ਸਮੇਂ ਦੱਸਦੇ ਰਹਿੰਦੇ ਹਾਂ। ਸੋ ਇੱਕ ਨੰਬਰ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ 9815 00392 9815 00392 ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਿਹੜੀ ਵੀ ਤੁਸੀਂ ਜ਼ਰੂਰਤ ਸਮਝਦੇ ਹੋ ਸਾਨੂੰ ਕਾਲ ਕਰ ਸਕਦੇ ਹੋ। ਔਰ ਤੁਹਾਡੇ डेली किन्ने लोगों को खाना पहुंचाया जाता? ਸਾਡਾ 1000 ਜਿਹੜਾ ਥਾਲੀ ਹੈ ਉਹ ਸਾਡੀ ਵੱਖ-ਵੱਖ ਹਲਕਿਆਂ ਦੇ ਵਿੱਚ ਜਿਹੜੀ ਡੋਨੇਟ ਕੀਤੀ ਜਾਂਦੀ ਹੈ, ਲੋਕਾਂ ਤੱਕ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਈ ਜਾਂਦੀ ਹੈ। अरे उन्होंने कोरोना के मरीजों लेके है या आम बंदे ने? ਜੀ ਜਿਹੜੇ ਕਰੋਨਾ ਪੋਜ਼ਿਟਿਵ ਨੇ ਪਹਿਲਾਂ ਪ੍ਰਾਇੋਰਟੀ ਉਹਨਾਂ ਦੀ ਹੈ ਕਿ ਉਹਨਾਂ ਤੱਕ ਪਹੁੰਚਾਇਆ ਜਾਵੇ ਵੱਧ ਤੋਂ ਵੱਧ। ਫਿਰ ਹਸਪੀਟਲਸ ਦੇ ਵਿੱਚ ਵੀ ਅਸੀਂ ਜਾ ਕੇ ਸਾਡੇ ਜਿਹੜੇ ਵਲੰਟੀਅਰ ਨੇ ਉਹ ਜਾ ਕੇ ਉੱਥੇ ਮਤਲਬ ਜਿਹੜਾ ਮੁਹੱਈਆ ਕਰਵਾਉਂਦੇ। ਜੋ ਵੀ ਬਹੁਤ ਹੀ ਮਾੜੇ ਹਾਲ ਹੈ ਪੰਜਾਬ ਦੇ ਜਾਂ ਦੇਸ਼ ਦੀ, ਸਾਡੀ ਯੂਥ ਕਾਂਗਰਸ ਦੀ ਸਮੁੱਚੀ ਟੀਮ ਆਪਣੀ ਪੂਰੀ ਟੀਮ ਨੂੰ ਲੈ ਕੇ ਹਲਕਾ ਵਾਈਜ਼, ਵਾਰਡ ਵਾਈਜ਼ ਤੇ ਜ਼ਿਲ੍ਹੇ ਦੇ ਸਤਰ ਤੇ ਸਾਰੇ ਕਰੋਨਾ ਪੀੜਤ ਘਰਾਂ ਦੇ ਵਿੱਚ ਸਮੱਗਰੀ, ਰਾਸ਼ਨ ਸਮੱਗਰੀ ਤੇ ਖਾਣੇ ਦੀ ਸਪਲਾਈ ਜਿਹੜੀ ਸੇਵਾ ਕਰ ਰਹੀ ਹੈ। ਖਾਣੇ ਦੀ ਸੇਵਾ ਦਿਨ ਰਾਤ ਕੀਤੀ ਜਾ ਰਹੀ ਹੈ 2 ਟਾਈਮ, ਤੇ ਉਹਦੇ ਵਿੱਚ ਅਸੀਂ ਖੁਦ ਲੋਕ ਕਰੋਨਾ ਪੋਜ਼ਿਟਿਵ ਪੇਸ਼ੈਂਟਸ ਤੱਕ ਪਹੁੰਚ ਕਰ ਰਹੇ ਹਾਂ, ਉਹਨਾਂ ਨੂੰ ਫੋਨ ਕਰ ਰਹੇ ਹਾਂ ਲਿਸਟ ਡੇਲੀ ਅਪਡੇਟ ਕਰਕੇ। ਤੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਘਰੋਂ ਬਾਹਰ ਨਾ ਨਿਕਲਣ, ਆਪਣਾ ਬਚਾਅ ਰੱਖਣ, ਕਿਉਂਕਿ ਉਹਨਾਂ ਦੇ ਬਚਾਅ 'ਚ ਉਹਨਾਂ ਦੇ ਪਰਿਵਾਰ ਦਾ ਬਚਾਅ ਹੈ ਤੇ ਉਹਨਾਂ ਦੀ ਸੁਰੱਖਿਤ ਰਹਿਣ ਨਾਲ ਹੀ ਸਾਡਾ ਲੁਧਿਆਣਾ, ਸਾਡਾ ਪੰਜਾਬ ਤੇ ਸਾਡਾ ਦੇਸ਼ ਸੁਰੱਖਿਤ ਰਹੇਗਾ। लुधियाना से कैमरामैन सलमान की रिपोर्ट। हर बार देखा जाता है कि माता पिता अपने बच्चों के भविष्य के बारे में चिंतित रहते हैं और अपने बच्चों के भविष्य को बनाने के लिए अपना सारा जीवन लगा देते हैं, लेकिन कई ऐसे बच्चे भी होते हैं जो अपने माता पिता का भविष्य बनाते हैं। हमें भी ऐसे ही एक बच्चे के बारे में पता लगा जिनका नाम है गुरविंदर कौर। गुरविंदर कौर सिर्फ 18 साल की है और 12वीं कक्षा में पढ़ती है, जिसके इंजीनियर पिता की कोविड के कारण नौकरी चली गई थी। लेकिन गुरविंदर ने अपने पिता को सलाह दी और घर की रसोई में अलग अलग तरह के पकवान बनाने शुरू किए और होम डिलीवरी देनी शुरू की। गुरविंदर सोशल मीडिया देखती है और सोशल मीडिया पर ऑर्डर लेती है। गुरविंदर की मां खाना बनाती है और गुरविंदर के पिता होम डिलीवरी करते हैं। गुरविंदर का कहना है कि उसके पिता गुड़गांव में एक निजी कंपनी में जॉब करते थे। जब मेरे पिता घर वापस आए तो मेरे पिता की नौकरी चली गई और कोई काम नहीं था और घर चलाना मुश्किल हो गया। तब मैंने पिता को सलाह दी क्यों ना हम अपने घर पर ही कोई ऐसा काम करें जिससे घर का गुजारा चल सके। मेरी माँ चने भटूरे बहुत स्वादिष्ट बनाती है और अब हम चने भटूरे बनाकर डिलीवरी करते हैं। मैंने सोशल मीडिया पर अपनी किचन पेज बनाया है बल्ले बल्ले फूड के नाम से और मैं ऑर्डर लेती हूँ और मेरी माँ बनाती है और मेरे पिता होम डिलीवरी करते हैं। आने वाले दिनों में हम बड़ा रेस्टोरेंट बनाएंगे और आगे बढ़ेंगे। पापा दिल्ली जॉब करते सी पर कोरोना करके पापा की जॉब चली गई तो 3-4 महीने घरे रहे ही पापा तो कुछ भी बहुत मंदी हो गई सी घरे। तो मैं सोचा कि अपनी फैमिली लिए कुछ किया जाए, पेरेंट्स साढ़े लिए कितना करते, पेरेंट्स लिए कुछ किया जाए। तो मैं सोचा मेरे दिमाग 'च आया कि आप छोले भटूरे का कॉन्सैप्ट लैके आने हैं। तो मैं मम्मा को कहा मम्मा तुम छोले भटूरे बनाओ, पापा डिलीवर कर आएंगे। पर लोगों तक पहुँचने लिए मैंने एक जरिया चाहिए सी जो कि मैं सोशल मीडिया ने पढ़िया। मैं फेसबुक ते इंस्टा ते
ਵੱਖਰੇ ਵੱਖਰੇ ਪੇਜ ਬਣਾਏ ਬੱਲੇ ਬੱਲੇ ਫੂਡ ਕਰਕੇ, ਅਤੇ ਲੋਕਾਂ ਨੂੰ ਬਹੁਤ ਵਧੀਆ ਲੱਗਣ ਲੱਗ ਪਿਆ। ਮੈਂ ਕ੍ਰੀਏਟਿਵ ਪੋਸਟ ਪਾਈਆਂ, ਲੋਕਾਂ ਨੂੰ ਪਸੰਦ ਆਈਆਂ ਅਤੇ ਲੋਕ ਔਡਰ ਕਰਦੇ ਆ, ਕਿਉਂਕਿ ਸਾਡਾ ਫਰੈਸ਼, ਹਾਈਜੀਨਿਕ ਅਤੇ ਟੇਸਟੀ ਫੂਡ ਬਣਦਾ ਹੈ। ਅਤੇ ਲੋਕਾਂ ਨੇ ਰਿਸਪੌਂਸ ਦਿੱਤਾ ਬਹੁਤ ਵਧੀਆ ਹੈ, ਅਤੇ ਲੋਕ ਸਾਨੂੰ ਕੰਟੈਕਟ ਕਰਦੇ ਨੇ। ਲੋਕ ਕਹਿੰਦੇ ਨੇ ਕਿ ਸਾਨੂੰ ਇਸ ਲੋਕੇਸ਼ਨ 'ਤੇ ਭੇਜ ਦਿਓ, ਆਪਾਂ ਐਗਜ਼ੈਕਟ ਲੋਕੇਸ਼ਨ ਮੰਗ ਲੈਂਦੇ ਹਾਂ ਅਤੇ ਉਸ ਲੋਕੇਸ਼ਨ 'ਤੇ ਡਿਲੀਵਰ ਕਰ ਆਉਂਦੇ ਹਾਂ। ਇਸ ਤੋਂ ਤੁਹਾਡਾ ਸੁਪਨਾ ਕੀ ਹੈ? ਹਾਲੇ ਤਾਂ ਮੈਂ ਬੱਲੇ ਬੱਲੇ ਫੂਡ 'ਤੇ ਹੀ ਕੌਨਸਨਟਰੇਟ ਕਰਾਂਗੀ, ਪੂਰਾ ਫੋਕਸ ਮੇਰੇ ਬੱਲੇ ਬੱਲੇ ਫੂਡ 'ਤੇ ਹੀ ਹੋਏਗਾ। ਮੇਰਾ ਸੁਪਨਾ ਹੈ ਕਿ ਮੇਰਾ ਫਿਊਚਰ 'ਚ ਇੱਕ ਰੈਸਟੋਰੈਂਟ ਹੋਏ ਬੱਲੇ ਬੱਲੇ ਫੂਡ ਕਰਕੇ। ਮੈਂ ਗੁੜਗਾਉਂ ਜੋਬ ਕਰਦਾ ਸੀ, ਬੈਸਟ ਇੰਟੀਰੀਅਰ ਕੰਪਨੀ 'ਚ ਪ੍ਰੋਜੈਕਟ ਹੈਡ ਦੀ ਪੋਸਟ 'ਤੇ। ਸਾਡੀ ਕੰਪਨੀ ਕਮਰਸ਼ੀਅਲ ਆਫਿਸ ਬਣਾਉਂਦੀ ਸੀ। ਕਰੋਨਾ ਕਰਕੇ ਕਮਰਸ਼ੀਅਲ ਆਪਣਾ ਵਰਕ ਫਰੋਮ ਹੋਮ ਹੋ ਗਿਆ ਅਤੇ ਆਫਿਸ ਬਣਨੇ ਬੰਦ ਹੋ ਗਏ ਅਤੇ ਸਾਡੀ ਕੰਪਨੀ ਜਿਹੜੀ ਆ ਉਹ ਬੰਦ ਹੋ ਗਈ ਅਤੇ ਕੰਪਨੀ ਨੇ ਮੈਨੂੰ ਜਵਾਬ ਦੇ ਦਿੱਤਾ। ਫਿਰ ਮੈਂ ਇੱਧਰ ਆਪਣੇ ਹੋਮ ਟਾਊਨ ਬਟਾਲੇ ਆਇਆ ਅਤੇ ਇੱਥੇ ਆ ਕੇ ਮੈਂ ਸੋਚਿਆ ਮੈਂ ਇੱਥੇ ਕੁਝ ਕਰਦਾ। ਅਜੇ ਅਸੀਂ ਸੋਚ ਹੀ ਰਹੇ ਕਿ ਇੱਥੇ ਵੀ ਲੋਕਡਾਊਨ ਲੱਗ ਗਿਆ। ਸਾਡੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ ਵੀ ਹੁਣ ਮੈਂ ਕੀ ਕਰਾਂਗਾ, ਕਿਹਦੇ ਵੱਲ ਜਾਵਾਂਗਾ, ਕੋਈ ਇਨਕਮ ਸੋਰਸ ਨਹੀਂ, ਕੁਛ ਨਹੀਂ ਸੀ। ਅਤੇ ਇੰਨੇ ਚਿਰ 'ਚ ਮੇਰੀ ਬੇਟੀ ਨੇ ਮੈਨੂੰ ਹਿੰਮਤ ਦਿੱਤੀ, ਕਹਿੰਦੀ ਪਾਪਾ ਤੁਸੀਂ ਹਿੰਮਤ ਨਾ ਹਾਰੋ, ਮੈਂ ਤੁਹਾਡੇ ਨਾਲ ਹੈਗੀ ਹਾਂ। ਅਤੇ ਅਸੀਂ ਮੰਮਾ ਸਾਡੇ ਬੜੇ ਅੱਛੇ ਛੋਲੇ ਭਟੂਰੇ ਬਣਾਉਂਦੇ ਆ, ਅਸੀਂ ਫੇਸਬੁੱਕ 'ਤੇ ਛੋਲੇ ਭਟੂਰੇ ਪਾਉਂਦੇ ਹਾਂ ਅਤੇ ਉਹ ਅਸੀਂ ਸੇਲ ਕਰਦੇ ਹਾਂ। ਅਤੇ ਉਹ ਬੇਟੀ ਨੇ ਮੇਰੀ ਨੇ ਇੱਕ ਫੇਸਬੁੱਕ 'ਤੇ ਪੇਜ ਬਣਾਇਆ ਬੱਲੇ ਬੱਲੇ ਫੂਡ, ਅਤੇ ਉਹਦੇ 'ਤੇ ਦਿੱਲੀ ਦੇ ਪਹਾੜ ਕਹਿੰਦੇ ਮਸ਼ਹੂਰ ਛੋਲੇ ਭਟੂਰੇ ਦੇ ਨਾਂ 'ਤੇ ਪੋਸਟ ਪਾਉਣੀ ਸ਼ੁਰੂ ਕੀਤੀ। ਅਤੇ ਪਹਿਲੇ ਦਿਨ ਤੋਂ ਹੀ ਸਾਨੂੰ ਬੜਾ ਅੱਛਾ ਰਿਸਪੌਂਸ ਮਿਲਿਆ ਉਸ ਚੀਜ਼ ਦਾ। ਪਹਿਲੇ ਦਿਨ ਤੋਂ ਹੀ ਸਾਡੇ ਕੋਲ ਆਰਡਰ ਆਉਣੇ ਸ਼ੁਰੂ ਹੋਏ ਅਤੇ ਸਾਰਾ ਕੁਝ ਜੋ ਵੀ ਹੈ ਸੋਸ਼ਲ ਮੀਡੀਆ ਦਾ ਮੇਰੀ ਬੇਟੀ ਕਰ ਰਹੀ ਹੈ ਅਤੇ ਉਹਨੇ ਹੀ ਸਾਰਾ ਮੇਨ ਆਈਡੀਆ ਉਹਦਾ ਹੀ ਸੀ। ਹੁਣ ਅੱਗੇ ਕੀ ਪਲਾਨ ਹੈ ਤੁਹਾਡਾ? ਜੀ ਅੱਗੇ ਸਾਡਾ ਹੁਣ ਮੇਰੀ ਬੇਟੀ ਦਾ ਸੁਪਨਾ ਹੈ ਆਪਣਾ ਰੈਸਟੋਰੈਂਟ ਹੋਏ ਅਤੇ ਮੈਂ ਉਹਦੇ ਨਾਲ ਉਹਦੀ ਹੈਲਪ ਕਰਾਂਗਾ ਅਤੇ ਉਹਦੇ ਸੁਪਨਾ ਸਾਕਾਰ ਕਰਾਂਗਾ। ਤੁਸੀਂ ਸੰਤੁਸ਼ਟ ਹੋ ਇਸ ਕੰਮ ਤੋਂ? ਹਾਂਜੀ, ਮੈਂ ਪੂਰਾ ਸੰਤੁਸ਼ਟ ਹਾਂ, ਕਿਉਂਕਿ ਨੌਕਰੀ ਹੁੰਦੀ ਹੈ, ਚਾਹੇ ਸਾਰੀ ਉਮਰ ਲੱਗੇ ਰਹੋ। ਇਹ ਆਪਣਾ ਕੰਮ ਹੈਗਾ, ਆਪਣਾ ਰੈਸਟੋਰੈਂਟ ਹੈਗਾ, ਚਾਹੇ ਬੇਟੀ ਹੈ, लेकिन ਉਹਦਾ ਸੁਪਨਾ मेरा सुपना एक ही है जी, अपना रेस्टोरेंट है। गुरदासपुर से जितेंद्र कुंडल की रिपोर्ट। किसानों ने कहा कि हम गुरदासपुर जिले से एक दल के साथ दिल्ली जा रहे हैं। रास्ते में हम 5 जिलों के किसानों से मिलेंगे और शंभू मोर्चा पहुंचेंगे। केंद्र सरकार की नीति किसानों को मारने की है। केंद्र सरकार को अपना फैसला वापस लेना चाहिए। केंद्र सरकार को अपना फैसला वापस लेना होगा। हम दिल्ली मोर्चे को मजबूत करने जा रहे हैं। हम मोर्चे को कमज़ोर नहीं होने देंगे। इसके लिए हमें कोई भी बलिदान क्यों ना देना पड़े, हम देंगे, लेकिन हम वापस नहीं आएंगे। कोरोना की आड़ में केंद्र सरकार हमें दबाने की कोशिश कर रही है। केंद्र सरकार इसमें कामयाब नहीं होगी। यह पहले भी कई बार कहा जा चुका है कि सब्सिडी दी जाएगी, लेकिन किसी को नहीं मिली है। देखो जी, ये जो साडे संयुक्त मोर्चे ने फैसला किया वा भी 5 जिले जाणगे, 10 दिन रहणगे। 5 जिले ਜਿਹੜੇ 10 ਦਿਨ ਬਾਅਦ ਦੂਜੇ ਚਲ ਜਾਣਗੇ। ਉਹਨਾਂ ਦੀ ਕਾਲ ਤੇ ਅੱਜ ਅਸੀਂ ਇੱਥੋਂ ਗੁਰਦਾਸਪੁਰ ਜ਼ਿਲ੍ਹੇ ਦਾ ਕਾਫਲਾ ਲੈ ਕੇ ਤੁਰ ਰਹੇ ਹਾਂ ਤੇ ਹਰਿਆਣਾ ਬਾਰਡਰ ਤੇ 5 ਜ਼ਿਲ੍ਹੇ ਜਿਹੜੇ ਇਕੱਠੇ ਹੋਣ ਕੇ ਵੱਡਾ ਕਾਫਲਾ ਲੈ ਕੇ ਦਿੱਲੀ ਨੂੰ ਤੋਰਾਂਗੇ। ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰੋਗੇ ਕਰੋਨਾ ਨੂੰ ਲੈ ਕੇ? ਅਸੀਂ ਵੇਖੋ ਜੀ ਕਰ ਰਹੇ ਹਾਂ, ਜਿੰਨਾ ਕੁ ਹੋ ਸਕਦਾ ਸਾਡੇ ਕੋਲ ਕਰ ਰਹੇ ਹਾਂ, ਪਰ ਅਸੀਂ ਇੱਕ ਮੋਦੀ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਜਿੱਥੋਂ ਇਹ ਬਿਮਾਰੀ ਤੁਰੀ ਸੀ, ਜਿਹੜੇ ਮੁਲਕ 'ਚੋਂ ਚੀਨ 'ਚ ਤੁਰੀ, ਅਮਰੀਕਾ 'ਚ ਤੁਰੀ, ਇੰਗਲੈਂਡ 'ਚ ਤੁਰੀ, ਕੈਨੇਡਾ ਤੁਰੀ, ਅੱਜ ਉਹ ਬਿਮਾਰੀ ਉਹ ਕਿੱਥੇ ਗਈ ਆ? ਪੰਜਾਬ 'ਚ, ਹਿੰਦੁਸਤਾਨ 'ਚ ਕਿਉਂ ਆਣ ਵਾਲੀ ਆ? ਇਸ ਕਰਕੇ ਇਹ ਸਰਕਾਰ ਸਾਨੂੰ ਗੁੰਮਰਾਹ ਕਰ ਲਈ ਆ। ਜੇ ਬਿਮਾਰੀ ਹੋਵੇ ਤੇ ਉਹਨਾਂ ਦੇਸ਼ਾਂ 'ਚ ਵੀ ਹੋਣੀ ਚਾਹੀਦੀ ਜਿੱਥੋਂ ਤੁਰੀ ਆ, ਉੱਥੇ ਕਿਤੇ ਬਿਮਾਰੀ ਨਹੀਂ। ਇਹ ਸਿਰਫ ਸਾਨੂੰ ਦਬਾਉਣਾ ਚਾਹੁੰਦੀ ਆ ਸਰਕਾਰ ਵੀ ਕਰੋਨਾ ਦਾ ਬਹਾਨਾ ਲਾ ਕੇ ਲੋਕਾਂ ਨੂੰ ਡਰਾ ਦਈਏ ਦਿੱਲੀ ਨਾ ਜਾਣ, ਦਿੱਲੀ ਵਾਲੇ ਉੱਠ ਕੇ ਘਰ ਨੂੰ ਆ ਜਾਣ। ਇਹ ਕਤਾਈ ਵੀ ਨਹੀਂ ਹੋ ਸਕਦਾ। ਇਹ ਉਹਦੀ ਗਲਤਫਹਿਮੀ ਆ। ਅਸੀਂ ਵਾਪਸ ਨਹੀਂ ਆਵਾਂਗੇ ਜਿੰਨਾ ਚਿਰ ਅਸੀਂ ਆਪਣੇ ਕਾਨੂੰਨ ਜਿਹੜੇ ਰੱਦ नहीं करा सकते। गुरदासपुर से जितेंद्र कुंडल की रिपोर्ट। बठिंडा एम्स से राजिंद्रा अस्पताल पटियाला में अपनी सेवा देने पहुंचे नर्सिंग स्टाफ पर अब बठिंडा एम्स के द्वारा भी की जाएगी कार्रवाई। डायरेक्टर एम्स द्वारा बनाई गई जांच कमेटी। कहा इस वक्त उन्हें कमियां नहीं ढूंढनी चाहिए बल्कि अपनी सेवा देनी चाहिए थी। जानकारी देते हुए एम्स के डायरेक्टर डॉक्टर DK सिंह ने बताया कि रविवार को हमारे द्वारा करीब 400 नर्सिंग स्टाफ का कॉन्ट्रैक्ट किया था, जिसमें से केवल 210 ने ही 2 दिन पहले ज्वाइन किया था, जिनको हमारे द्वारा पूरी कार्रवाई कर 50-50 के 4 बैच में अलग अलग मेडिकल कॉलेज में भेज दिया गया था। पंजाब सरकार की डिमांड के बाद ही पटियाला मेडिकल कॉलेज में भी 50 लोगों का मेल स्टाफ भेजा गया। वहीं हमें मीडिया के माध्यम से पता लगा है कि इनके द्वारा वहां पर
प्रबंधों को लेकर सवाल उठाए गए थे और हमें प्रशासन से शिकायत मिली है कि इन स्टाफ का व्यवहार ठीक नहीं था। यह काम करने में कम इच्छुक थे और कहते थे कि मुझे नहीं आता। यह बात भी सच है कि परीक्षा के माध्यम से इनका सिलेक्शन हुआ है और अभी 2 दिन पहले ही इन्होंने ज्वाइन किया है। हो सकता है इन्हें टेक्निकल वर्किंग में दिक्कत हो, मगर कोविड-19 में ऐसा कोई भी टेक्निकल काम नहीं होता। इस समय इन लोगों को अपनी सुविधा को छोड़कर कोविड-19 के मरीजों का इलाज करना चाहिए था। अब हमारे द्वारा एक जांच कमेटी बनाई जा रही है जो कि सभी फैक्ट को ध्यान में रखकर बनती कार्रवाई करेगी। देखिए, मैं पूरी बात बताता हूँ। हमने 400 नर्सिंग स्टाफ का अपॉइंटमेंट लेटर पिछले संडे को हमने दिया, ये सोच करके कि हमें आवश्यकता जो और मेडिकल कॉलेजेस में है उसकी पूरी होगी। 400 में से अभी केवल 210 ही ने ज्वाइन किया, जो 2 दिन पहले ज्वाइन किए, और तत्काल मैंने उनकी कंप्लीट कार्रवाई पूरा करते हुए उन लोगों को 50-50 के बैच में 4 मेडिकल कॉलेज में रवाना कर दिया। पंजाब सरकार के ही डिमांड से पटियाला मेडिकल कॉलेज में केवल मेल स्टाफ नर्स भेजे गए। शायद वहाँ एकोमोडेशन की व्यवस्था मेल के हिसाब से थी, तो मैंने पटियाला में 50 मेल स्टाफ नर्स भेजे। मुझे भी कुछ संचार माध्यम, अखबारों में छपे, कुछ सोशल मीडिया के इन्फॉर्मेशन मिली है कि जो ये नर्सिंग स्टाफ थे इन्होंने कुछ अव्यवस्था को लेकर प्रश्न उठाए, लेकिन हमें शासन से भी शिकायत मिली है कि इनका बिहेवियर अच्छा नहीं था और ये काम कम करने में इच्छुक थे और कहते थे कि मुझे ये नहीं आता है। ये बात सही है कि इन एग्ज़ाम के माध्यम से इनका सिलेक्शन हुआ है और अभी ये 2 दिन पहले ज्वाइन किए हैं। हो सकता है कि थोड़ी बहुत टेक्निकल वर्किंग में दिक्कत हो, लेकिन ऐसा कोई टेक्निकल वर्किंग नहीं है जो इस समय कोविड पेशेंट में बहुत ज़्यादा इनसे अपेक्षा की गई होगी। हम इस पर एक समाचार पत्रों में और सोशल मीडिया में छपे समाचार के कारण हमने एक जांच समिति गठन करने का निर्णय लिया है, जो पूरे प्रकरण को देखेगी और निश्चित रूप से इस समय कोविड की स्थिति में थोड़े बहुत अपने तकलीफ उठाते हुए मरीजों की सहायता करने का पहला प्रयास करना चाहिए था। ये हम अपेक्षा करते हैं सभी से, क्योंकि सभी को थोड़ी बहुत असुविधाएं हैं, पारिवारिक सुविधाएं, रहने की असुविधाएं, डॉक्टर भी हमारे बहुत सारी असुविधाओं में रहते हैं, लेकिन हमारा जो प्रथम कार्य है इस समय कोविड में मरीजों का सेवा करना है, जो इन्होंने शायद किस कारण से नहीं किया या इतनी ज़्यादा अपनी अपेक्षाएं बढ़ा ली। ठीक है, एक रहने और खाने की व्यवस्था ठीक होनी चाहिए, लेकिन उस ठीक का भी एक लेवल होता है और किसी को आप अगर बिल्कुल मान नहीं लें कि हम पसंद नहीं है तो आप उसको तमाम कमियां निकाल सकते हैं। हमें कमियां नहीं ढूंढना चाहिए, हमें काम करने का तरीका ढूंढना चाहिए था। बठिंडा से जुगनू शर्मा की रिपोर्ट। मरीज की मौत के बाद जालंधर के हॉस्पिटल में हुआ हंगामा। कोरोना महामारी के चलते लोगों का जीना मुश्किल हो चुका है। जहां एक और कोरोना महामारी के चलते लोग इलाज के लिए भटकते फिर रहे हैं, वहीं दूसरी ओर अस्पताल द्वारा हो रही लापरवाही के चलते लगातार मरीजों की मौत हो रही है। ऐसा ही एक मामला जालंधर के केयर मैक्स हॉस्पिटल में देखने को मिला, जहां पर मरीज की मौत के बाद परिजनों ने हंगामा कर दिया और डॉक्टर द्वारा ना आने के बाद उन्होंने पुलिस को बुला लिया। इस बारे में जानकारी देते हुए मृतक मरीज के परिजनों ने बताया, 6 दिन पहले उन्होंने अपने रिश्तेदार को दाखिल करवाया था, लेकिन आज शाम को उसकी मौत हो गई और मौत के बाद जब उन्होंने डॉक्टर को बुलाने के लिए कहा तो वहां खड़े स्टाफ ने उनसे झगड़ा शुरू कर दिया। मरीज के परिजनों का आरोप है कि डॉक्टर द्वारा इलाज में की गई कुताही के चलते उनके रिश्तेदार की मौत हुई। उन्होंने कहा कि वह लोगों से अपील करते हैं कि केयर मैक्स हॉस्पिटल में ना इलाज करवाएं। वहीं इस पूरे मामले पर केयर मैक्स हॉस्पिटल के प्रबंधकों का कहना है कि 6 दिन पहले उनके पास मरीज आया था जिसकी हालत खराब थी। इसके बारे में मरीज के परिजनों को बता दिया गया था, लेकिन अब अगर मरीज की मौत हो गई है तो हॉस्पिटल को जिम्मेदार ठहराया जा रहा है, जबकि इससे पहले भी इनके 2 कोरोना पॉजिटिव मरीज आए थे जिनको स्वस्थ करके वापस घर भेज दिया गया था। उन्होंने कहा कि कोई भी डॉक्टर नहीं चाहता कि उनके मरीज की मौत हो। मृतक के परिजनों द्वारा इसकी सूचना पुलिस को दी गई, जिसके बाद पुलिस ने दोनों पक्षों को शांत कर मामले की जांच शुरू कर दी है। मैडम फर्स्ट डे ही उन्होंने कहता ही जो ऑक्सीजन चल गई ना उन्होंने सैचुरेशन 47 उदों ही उन्होंने कहा ਸੀ ਉਦੋਂ ਤੋਂ ਹੀ
ਮੈਮ ਮੇਰੀ ਗੱਲ ਸੁਣੋ, ਪਹਿਲੇ ਦਿਨ ਜਦੋਂ 47 ਰਹਿ ਗਈ ਸੀ ਉਦੋਂ ਉਸ ਤੋਂ ਬਾਅਦ ਹੀ ਚਾਹੇ ਕੌਨਸ਼ੀਅਸ ਹੋ ਗਏ ਸੀ ਮੈਮ। ਇੱਕ ਚੀਜ਼ ਦੇ ਅੰਦਰ ਜਿਹੜਾ ਡੈਮੇਜ ਕਰਨਾ ਸੀ ਉਹ ਤਾਂ ਕਰ ਹੀ ਰਹੀ ਸੀ ਨਾ ਆਲਰੇਡੀ। ਚਾਹੇ 47 ਸੀਗੀ, ਇਹਨਾਂ ਨੇ ਬਾਅਦ ਚੋਂ ਕਵਰ ਅਪ ਕਰਤੀ, ਪਰ ਉਹ ਜਿੰਨਾ ਡੈਮੇਜ ਉਹਨੇ ਕਰਨਾ ਸੀ ਉਹ ਤਾਂ ਕਰਤਾ ਨਾ ਮੈਮ। ਬਾਅਦ ਚੋਂ ਇਹਨਾਂ ਨੇ ਕਵਰ ਕੀਤਾ, ਜੋ ਵੀ ਕੀਤਾ। ਅੱਜ ਵੀ ਤਾਂ ਕਵਰਡ ਹੀ ਸੀਗੀ, 96 ਸੀਗੀ, ਫਿਰ ਕਿੱਦਾਂ ਇੱਕਦਮ ਡਾਊਨ ਚਲ ਗਈ। ਉਹ ਕਹਿੰਦੇ 6 ਦਿਨ ਪੁਰਾਣੀ ਗੱਲ ਕਰ ਰਹੇ ਨੇ, ਹੋਰ ਕੁਝ ਨਹੀਂ ਅੱਛਾ ਹੈਗਾ। 6 ਦਿਨ ਪੁਰਾਣੀ ਇਨਫੈਕਸ਼ਨ ਤਾਂ ਹੁਣ ਬਾਹਰ ਆ ਰਹੀ ਹੈ ਫਿਰ ਉਸ ਟਾਈਮ ਹੀ ਜੇ ਉਹਨਾਂ ਨੂੰ ਬਾਈਪਾਸ ਪਹਿਲੇ ਦਿਨ ਤੋਂ ਲੱਗ ਜਾਂਦੇ ਕਰ ਰਹੇ, ਕਿਉਂਕਿ ਪ੍ਰੋਟੋਕੋਲਸ ਪ੍ਰੋਬਲਮ ਆਈ ਹੈ ਇਹਨਾਂ ਨੇ ਜਿਹੜੀ ਆਪਣੀ ਇੰਸਟਰਕਸ਼ਨਸ ਫੋਲੋ ਕਰਨੀਆਂ ਸੀ ਉਹ ਨਹੀਂ ਹੋਈਆਂ ਪ੍ਰੋਪਰ। ਤੁਸੀਂ ਆਪ ਦੇਖਿਆ ਨਾ ਲੜਨ ਨੂੰ ਕਿੱਦਾਂ ਕਹਿ ਰਹੇ ਸੀਗੇ। ਨਾਲੇ ਮੇਰੇ ਉਹ ਪੇਸ਼ੈਂਟ ਇੰਨੇ ਸੀਰੀਅਸ ਨਹੀਂ ਸਾਨੂੰ ਸੀਗੇ। ਪੁਲਿਸ ਬੁਲਾਉਣ ਨੂੰ ਕਾਹਦੇ ਲੋੜ ਪਈ? ਡਾਕਟਰ ਦਾ ਸਵਿਚ ਆਫ ਹੋਇਆ, ਡਾਕਟਰ ਦਾ ਐਡਰੈਸ ਨਹੀਂ ਹੈਗਾ, ਡਾਕਟਰ ਦਾ ਆਧਾਰ ਕਾਰਡ ਨਹੀਂ ਹੈਗਾ, ਠੀਕ ਹੈ। ਕਿ ਧੱਕਾ ਮੁੱਕੀ ਤੁਹਾਡੇ ਵੱਲੋਂ ਸ਼ੁਰੂ ਕੀਤੀ ਸਰ ਕੁਝ ਨਹੀਂ, ਸਾਰਾ ਕੁਝ ਕੈਮਰੇ 'ਚ ਰਿਕਾਰਡ ਹੈਗਾ, ਉਹ ਤੇ ਕੋਈ ਗੱਲ ਨਹੀਂ ਹੈ। ਧੱਕਾ ਮੁੱਕੀ ਸਾਡੇ ਵੱਲੋਂ ਹੋਈ ਹੈ ਤਾਂ ਕੋਈ ਪ੍ਰੋਬਲਮ ਹੀ ਨਹੀਂ ਦੂਜੇ ਹੈ। ਪਾਸੇ ਉਹ ਕਹਿੰਦੇ ਸਾਡੇ ਵੱਲੋਂ ਇੱਕਦਮ ਪਰਫੈਕਟ ਇਲਾਜ ਮੈਡਮ, ਕੀਤਾ ਗਿਆ ਹੈ। ਪਰਫੈਕਟ ਤੇ ਕੁਝ ਵੀ ਨਹੀਂ ਹੁੰਦਾ ਅੱਜ ਦੀ ਇਹ ਰੇਟ ਤਾਂ 'ਚ। ਲੱਖਾਂ ਰੁਪਏ ਕਮਾਉਂਦੇ ਨੇ, ਠੀਕ ਹੈ ਨਹੀਂ ਤੇ ਡਾਕਟਰ ਅਨਿਲ ਨੂੰ ਹੁਣ ਕਿੱਦਾਂ ਬੁਲਾਇਆ ਜਾ ਰਿਹਾ ਹੈ? ਪਹਿਲਾਂ 2 ਘੰਟੇ ਤੋਂ ਕਿਉਂ ਨਹੀਂ ਆ ਰਹੇ ਸੀ? ਉਹ ਕਹਿੰਦੇ ਮੈਂ ਹੀ ਕਿਹਾ ਉਹਨਾਂ ਨੂੰ ਅੰਦਰ ਐਸਐਚਓ ਸਾਹਿਬ ਨੂੰ ਕਿ ਟਰਾਈ ਕਰਦਾ, ਜੇ ਲੱਗ ਗਿਆ ਉਹ ਤਾਂ ਹੁਣ ਫੇਰ ਥਾਣੇ ਹੁਣ ਲੱਗ ਜਾਣਾ ਨਾ, ਹੁਣ ਹੁਣ ਲੱਗ ਜਾਣਾ। ਚੱਕ ਕੇ ਲੈ ਕੇ ਜਾਓਗੇ ਨਾ ਘਰੋਂ, ਬਰਾਤ ਕੱਢੂਗੇ ਉਹਦੀ ਜਾ ਕੇ। ਉਹ ਹੁਣ ਲੱਗ ਜਾਣਾ ਨੰਬਰ, ਕਿਉਂਕਿ ਅਸੀਂ ਸੀਗੇ ਇਸ ਲਈ ਨਹੀਂ ਲੱਗ ਰਿਹਾ ਹੈਗਾ। ਹੁਣ ਲੱਗ ਜਾਣਾ ਕਿਉਂਕਿ ਪੁਲਿਸ ਆ ਗਈ, ਹੁਣ ਪੁਲਿਸ ਵਿੱਚ ਪੈ ਗਈ। ਤਾਂ ਹੀ ਆਪਾਂ ਪੁਲਿਸ ਨੂੰ ਬੁਲਾਇਆ, ठीक है। इन्होंने साडी एक नहीं सुनी। जालंधर से नरेंद्र गुप्ता की रिपोर्ट। तो ये थे आज के धार्मिक एवं सामाजिक समाचार। कल फिर हाजिर होंगे। एकता को दीजिए इजाजत। जय जिनेंद्र।